जी अस्सलाम वालेकुम सर। अज यार हद करती है खलीलुर रहमान रमदी दे भाई ने कि ਉਹ ਯਾਰ ਉਹ ਜੰਨਤ ਉਦੋਂ ਦੀ ਟਿਕਟ ਬਣਦਾ ਪਿਆ। ਪਿਛਲੇ ਦਿਨੇ ਤੇ ਕਾਰ ਵੰਡਦਾ ਪਿਆ ਸੀ ਨਾ। ਤੇ ਰਾਣਾ ਸਾਹਿਬ अस्सलाम वालेकुम। जी वालेकुम सलाम। और राणा साहब ए वीडियो देखो, ए पहले ए देखना वीडियो जरा। हमारी पार्टी में बहुत मुश्किल वक्त आ गया था, तो कुछ लोग फिर ऐसे इकट्ठे हो गए जैसे जैसे इकट्ठे हो गए। तो मैंने उन्हें कहा, मैं वो सारी तफसील में नहीं जाना चाहता, मैंने कहा जी अल्लाह ताला ने फरिश्तों को हुक्म दिया कि यहाँ जितने लोग इकट्ठे हैं, वो उस नवाज शरीफ के साथ मीटिंग थी लाहौर में, जब वो नवाज शरीफ साहब बड़े मुश्किल में थे। तो मैंने कहा जी अल्लाह ताला ने फरिश्तों को कहा है कि जो जो यहाँ पर ये बैठे हैं इन सब के नाम लिख दो, ये बगैर हिसाब के जन्नत में जाएंगे। अब जितने आप आ गए वो तो जन्नत में जाएंगे, लेकिन मैं जन्नत का वो ये देते हैं ना, आले रसूल ये देते हैं ना सर्टिफिकेट की, ये जन्नती है। तो मैं आपको सर्टिफिकेट देता हूं कि जो यहां आ गए हैं वो तो जाएंगे ही, जो लाहौर जाएंगे किस मार्च को, वो भी इंशाल्लाह सीधे जन्नत में जाएंगे। ਤੁਹਾਡਾ ਇਸ ਵੀਡੀਓ ਦੇ ਬਾਰੇ ਦੱਸੋ ਕੀ ਹੁਣ ਕਮੈਂਟਸ ਹੈਗੇ ਨੇ ਕਿ ਪਿਛਲੇ ਦਿਨ ਯਾਰ ਕਾਰਾਂ ਵੰਡਦੇ ਪਏ ਸੀ, ਅੱਜ ਉਹਨਾਂ ਨੇ ਹੱਥ ਹੀ ਕਰਦੀ ਹੈ, ਅੱਜ ਜੰਨਤ ਦੇ ਟਿਕਟਾਂ ਲੈ ਕੇ ਬੈਠੇ ਨੇ। ਇਹ ਤੇ ਨਹੀਂ ਭਾਈ ਨਾਰਮਲ ਚੀਜ਼ ਹੈ ਨਾ। ਦੇਖ ਲਓ ਹੁਣ ਸਾਡੀ ਪਾਕਿਸਤਾਨ ਦੇ ਵਿੱਚ ਸੂਰਤ ਹਾਲ ਆ ਕਿ ਹਕੀਕਤ ਪੁੱਛੋ ਨਾ ਤੇ ਮੁਲਕ ਪੂਰਾ ਜਹਾਲ 'ਚ ਡੁੱਬਿਆ, ਔਰ ਇਹ ਬਹੁਤ ਵੱਡੀ ਨਿਸ਼ਾਨੀ ਆ ਸਾਡੀ ਜਹਾਲ ਦੀ। ਸਾਡੀ ਜਿਹੜੀ ਉਹ ਇੱਕ ਕਹਿ ਲਓ ਨਾ ਕਿ ਉਹ ਬੜਾ ਪਿਆਰਾ ਫਿਕਰਾ ਬੋਲਿਆ ਸੀ ਇਹਨਾਂ ਨੇ, ਆਪਣਾ ਕੀ ਕਹਿੰਦੇ ਨੇ ਕਾਲਮ ਨਗਾਰ ਨੇ ਆਪਣੇ ਸਾਹਿਬ, ਉਹ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਕਿਹਾ ਸਾਡੇ ਮਾਸ਼ਰੇ ਦੇ ਵਿੱਚੋਂ ਨਾ ਸਾਡਾ ਇਹ ਮਾਸ਼ਰਾ ਹੈ ਹੀ ਨਹੀਂ, ਜਿਹੜਾ ਜਿਹਨੂੰ ਕਿਹਾ ਜਾਂਦਾ ਨਾ ਕਿ ਮਾਸ਼ਰਾ ਹੈ ਜਿਹਦੇ ਬਾਰੇ ਚ ਦੁਨੀਆ ਤਸਵਰ ਇੱਕ ਪੇਸ਼ ਕਰਦੀ ਕਿ ਕੌਮ ਆ, ਉਹ ਕਹਿੰਦਾ ਕੌਮ ਨਹੀਂ ਹੈਗੀ। ਬਿਲਕੁਲ ਸਹੀ। ਔਰ ਮੈਨੂੰ ਨਾ ਉਹ ਬੜੀ ਉਹਨਾਂ ਦੀ ਨਾ ਗੱਲ ਅਜੀਬ ਜੀ ਲੱਗੀ ਸੀ ਕਿ ਕਿਉਂ ਸਾਨੂੰ ਪਾਕਿਸਤਾਨੀ ਕੌਮ ਨੂੰ ਇਸ ਤਰ੍ਹਾਂ ਇਹਨਾਂ ਨੇ ਕਿਹਾ। ਮੈਨੂੰ ਬੜਾ ਅਜੀਬ ਜਿਹਾ ਫੀਲ ਹੋਇਆ ਸੀ ਕਿ ਏਡੇ ਵੱਡੇ ਦਾਨਸ਼ਵਰ ਨੇ ਤੇ ਕਿਉਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ। ਔਰ ਹਕੀਕਤ ਨੂੰ ਆਪਣਾ ਰੋਣਾ ਰੋ ਰਹੇ ਸੀ, ਕਿਉਂਕਿ ਇਹੀ ਚੀਜ਼ਾਂ ਦੇਖ ਕੇ ਕਿ ਸਾਡੀ ਪਬਲਿਕ ਨੂੰ, ਸਾਡੇ ਕਲਚਰ ਨੂੰ ਬਿਲਕੁਲ ਹੀ ਤਬਾਹ ਕਰ ਛੱਡਿਆ। ਕੋਈ ਉਹਨਾਂ ਨੇ ਉਹਦੇ ਵਿੱਚ ਦੀਨ ਨਹੀਂ ਰਹਿਣ ਦਿੱਤਾ, ਉਹਨਾਂ ਨੇ ਤਮੀਜ਼ ਹੀ ਖਤਮ ਕਰ ਦਿੱਤੀ ਹੈ ਗਲਤ ਸਹੀ ਦੀ। ਹੁਣ ਬੰਦਾ ਸੋਚੇ, ਤੁਸੀਂ ਆਪ ਦਿਖਾ ਲਓ, ਸਾਡੇ ਅਗਰ ਗੁਨੇਗਾਰ ਬੰਦਾ ਵੀ ਦੇਖ ਕੇ ਤੇ ਦੁੱਖ ਲੱਗਦਾ ਹੈ ਕਿ ਜਾਹਲ ਇਨਸਾਨ ਕੀ ਲਫ਼ਜ਼ ਮੂੰਹ ਕੱਢ ਰਿਹਾ ਔਰ ਕੀ ਕਹਿਣਾ ਚਾਹ ਰਿਹਾ। ਸਹੀ। ਔਰ ਕੋਈ ਬੰਦਾ ਇਹਨਾਂ ਨੂੰ ਪੁੱਛਣ ਦੱਸਣ ਵਾਲਾ ਨਹੀਂ ਹੈਗਾ। ਸਹੀ ਇੱਥੇ ਅਫਸੋਸ ਹੀ ਕਰ ਸਕਦੇ ਆ, ਔਰ ਕੀ ਕਹਿ ਸਕਦੇ ਆ। ਔਰ ਹੈ ਵੀ ਅੱਛੀ ਖਾਸੀ ਫੈਮਿਲੀ ਤੋਂ ਵੀ ਬਿਲੋਂਗ ਕਰਦਾ ਹੈ ਬੰਦਾ। ਇਹ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਵੀ ਸਾਡੇ ਜੰਗਾ ਮਾਤੜ ਕੋਈ ਉੱਠ ਕੇ ਆ ਗਿਆ ਕਿਤੇੋਂ। ਅੱਛੀ ਖਾਸੀ ਪੜ੍ਹੀ ਲਿਖੀ ਫੈਮਿਲੀ ਦੇ ਵਿੱਚੋਂ ਆ। ਇਹਨਾਂ ਦੇ ਭਾਈ ਜਸਟਿਸ ਨੇ, ਜਸਟਿਸ ਰਿਟਾਇਰ ਹੋਏ ਨੇ। ਅੱਛਾ। ਔਰ ਇਲੈਕਸ਼ਨ ਲੜਦੇ ਨੇ ਆਪ ਉੱਥੋਂ ਕਮਾਲੀਏ ਦੇ ਇਲਾਕੇ ਚੋਂ। ਅੱਛਾ, ਜਹਾਲਤ ਦੀ ਇਹ ਇੱਥੋਂ ਤੱਕ ਹੱਦ ਮਤਲਬ ਕਿ ਐਂਡ ਹੀ ਹੋ ਗਿਆ ਹੁਣ ਤੇ, ਕਿ ਉਹ ਪਿਛਲੇ ਦਿਨਾਂ 'ਚ ਇੱਕ ਯਾਸਰ ਸ਼ਾਮੀ ਹੈ ਨਾ ਜਿਹੜਾ ਲੜਕਾ, ਉਹ ਲੈ ਕੇ ਆਇਆ ਸੀ, ਇੱਕ ਵੀਡੀਓ ਲੈ ਕੇ ਆਇਆ ਸੀ ਜਿਹਦੇ 'ਚ ਉਹ ਦੱਸ ਰਹੇ ਸੀ ਕਿ ਕੋਈ ਪੀਰ ਹੈ, ਉਹ ਬਣਿਆ ਪੀਰ ਤੇ ਉਹ ਨੇਕੀਆਂ ਵੇਚਦਾ ਹੈਗਾ। ਉਹ ਕਹਿੰਦਾ ਲੱਖ ਰੁਪਏ ਦੀਆਂ ਇੰਨੀਆਂ ਨੇਕੀਆਂ, 2 ਲੱਖ ਦੀਆਂ ਇੰਨੀਆਂ। ਲੋਕਾਂ ਕੋਲ ਨਮਾਜ਼ਾਂ ਪੜ੍ਹਨ ਦਾ ਟਾਈਮ ਹੀ ਕੋਈ ਨਹੀਂ, ਲੋਕੀ ਨੇਕੀਆਂ ਮੁੱਲ ਖਰੀਦਦੇ ਪਏ ਨੇ। ਬਸ ਇਹ ਤਾਂ ਇਸਤਗਫਾਰ ਕਰ ਸਕਦੇ ਆ ਔਰ ਹਦਾਇਤ ਦੀ ਦੁਆ ਕਰ ਸਕਦੇ ਆ ਕਿ ਰੱਬ ਉਹਨਾਂ ਨੂੰ ਵੀ ਹਦਾਇਤ ਦੇਵੇ ਤੇ ਸਾਨੂੰ ਵੀ ਦੇਵੇ ਜਿਹੜੇ ਇਸ ਜਹਾਲਤ ਦੇ ਵਿੱਚ ਡੁੱਬੇ ਹੋਏ ਨੇ। ਸਹੀ। ਬਾਕੀ ਸਾਡੇ ਮੁਲਕ ਦਾ ਤਾਂ ਇਸ ਟਾਈਮ ਕੋਈ ਹਾਲ ਨਹੀਂ ਹੈਗਾ। ਰੱਬ ਦੀ ਜ਼ਾਤ ਦੀ ਰਹਿਮ ਕਰੇ, ਕਿਉਂਕਿ ਅਸਲ 'ਚ ਪਬਲਿਕ ਤੇ ਬਹੁਤ ਅੱਗੇ ਨੂੰ ਚਲੀ ਗਈ ਔਰ ਇਹਦੇ ਵਿੱਚ ਪਬਲਿਕ ਦਾ ਵੀ ਨਹੀਂ ਕਸੂਰ ਹੈਗਾ। ਬੇਸਿਕਲੀ ਇਹ ਜਿਹੜੇ ਨਾਮ ਨੇ ਆਜ ਸਿਆਸਤਦਾਨ ਨੇ ਨਾ, ਇਹਨਾਂ ਲੋਕਾਂ ਨੇ ਪਬਲਿਕ ਨੂੰ ਸ਼ੌਰ ਆਉਣ ਦਿੱਤਾ ਹੀ ਨਹੀਂ। ਸਹੀ ਨੇ। ਸਕੂਲ ਕਾਲਜ ਯੂਨੀਵਰਸਿਟੀਆਂ ਹੋਣ ਜੈਸਾ ਇਮਰਾਨ ਖਾਨ ਚਾਹੁੰਦਾ ਸੀ ਕਿ ਬਣ ਜਾਣ ਨਾ, ਉਹ ਅਗਰ ਯੂਨੀਵਰਸਿਟੀਆਂ ਹੋਣਗੀਆਂ ਤੇ ਯਕੀਨਨ ਉਹ ਲੋਕੀ ਤਾਲੀਮ ਹਾਸਲ ਕਰ ਸਕਣਗੇ। ਤੇ ਮਗਰ ਉਹ ਇਮਰਾਨ ਖਾਨ ਦਾ ਪਤਾ ਹੀ ਘੱਟਦਾ ਸੁਣਿਆ ਜੋ ਵੀ ਸੂਰਤ ਹਾਲੇ ਹੋਣ ਤੇ ਇੱਥੋਂ ਤੱਕ ਵੀ ਖਬਰ ਆ ਰਹੀ ਹੈ ਕਿ ਕਹਿਣ ਦੇ ਨੇ ਕਿ ਕੋਈ ਉਹ ਫੌਜੀ ਅਦਾਲਤਾਂ 'ਚ ਕੋਈ ਫੈਸਲਾ ਹੋ ਜਾਏਗਾ ਜਾਂ ਕੋਈ ਐਸੀ ਵੀ ਖਬਰ ਚੱਲਦੀ ਪਈ ਹੈ ਸੋਸ਼ਲ ਮੀਡੀਆ ਤੇ। ਸਰ ਮੈਨੂੰ ਇੱਕ ਛੋਟੀ ਜੀ ਗੱਲ ਦੱਸੋ, ਗੁੱਸਾ ਨਾ ਕਰਿਆ ਜੇ, ਤੁਹਾਨੂੰ ਛੋਟੀ ਜੀ ਗੱਲ ਦੱਸਾਂ ਜੀ। ਤੁਸੀਂ ਕਦੀ ਉੱਤੇ ਬੈਠ ਕੇ ਨਾ ਆਪਣਾ ਕਿਉਂ ਕਹਿੰਦੇ ਨੇ ਚੈੱਕ ਕਰਿਆ ਜੇ ਆਪਣੇ ਜਿੰਨੇ ਅਖਬਾਰ ਨਵੀਸ ਨੇ ਔਰ ਪੁਰਾਣੇ ਕਾਲਮ ਨਿਗਾਰ ਨੇ ਲੋਕ,
ਬਹੁਤ ਪੁਰਾਣੇ ਬਜ਼ੁਰਗ ਨੇ, ਮਤਲਬ ਉਹਨਾਂ ਦੀ ਉਮਰ ਤਕਰੀਬਨ 70 ਤੋਂ ਉੱਤੇ ਹੋ ਗਈਆਂ ਸੀ, 80 ਦੇ ਗੇੜ ਦੇ ਵਿੱਚ ਨੇ ਬਹੁਤ ਸਾਰੇ। ਉਹ ਸਾਰੇ ਬੈਠ ਕੇ, ਉਹ ਬੰਦੇ ਜਿਨ੍ਹਾਂ ਦੀਆਂ ਉਮਰਾਂ ਗੁਜ਼ਰ ਗਈਆਂ ਇਸ ਕੰਮ ਦੇ ਵਿੱਚ, ਨਹੀਂ ਬਈ ਇਸ ਟਾਈਮ ਉਹ ਬੰਦੇ ਬੈਠ ਕੇ ਟੀਵੀ ਦੇ ਉੱਤੇ ਕਰਪਸ਼ਨ ਨੂੰ ਔਰ ਜਿੰਨੀ ਕਹਿ ਲੋ ਕਿ ਨਾ ਅਖਲਾਕ ਤੋਂ ਗਿਰੀ ਹੋਈਆਂ ਹਰਕਤਾਂ ਹੁੰਦੀਆਂ ਨਾ, ਉਹਨਾਂ ਨੂੰ ਡਿਫੈਂਡ ਕਰਨ ਦੇ ਹੁੰਦੇ ਨੇ। ਜਿਨ੍ਹਾਂ ਬੰਦਿਆਂ ਨੇ, ਇੱਕ ਨਾਰਮਲ ਜਿਹੜਾ ਬੰਦਾ ਲਿਖਾਰੀ ਹੈ ਨਾ ਤੁਹਾਡੇ ਮਾਸ਼ਰੇ ਦੇ ਵਿੱਚ, ਉਸ ਬੰਦੇ ਨੇ ਤੁਹਾਡੇ ਕਲਚਰ ਨੂੰ ਪ੍ਰਵਾਨ ਚੜਾਉਣਾ ਵਾ। ਉਹਨਾਂ ਦਾ ਕੀ ਦੇਖਣਾ, ਜੇ ਕੀ ਤੁਹਾਨੂੰ ਦੇਖਣਾ ਚਾਹੀਦਾ, ਕੀ ਪਸੰਦ ਕਰਨਾ ਚਾਹੀਦਾ, ਕੀ ਤੁਹਾਡੇ ਵਾਸਤੇ ਚੰਗਾ, ਕੀ ਮਾੜਾ। ਸਹੀ। ਲੇਕਿਨ ਉਹ ਲੋਕ ਬੈਠ ਕੇ ਕਰਪਸ਼ਨ ਨੂੰ ਡਿਫੈਂਡ ਕਰਨ ਦੇ ਹੁੰਦੇ ਨੇ ਔਰ ਬਦਨੀਅਤ ਬਦ ਖਿਲਾਕ ਇਨਸਾਨ ਨੂੰ ਡਿਫੈਂਡ ਕਰਨ ਦੇ ਹੁੰਦੇ ਨੇ। ਬੜੇ ਮਜ਼ੇ ਨਾਲ ਟੀਵੀ ਦੇ ਉੱਤੇ ਬਹਿ ਕੇ, ਇੱਕ ਟਾਈਮ ਸੀ ਪਾਕਿਸਤਾਨ ਦੇ ਵਿੱਚ ਪੀਟੀਵੀ ਦੇ ਉੱਤੇ ਕੱਲਾ ਪੀਟੀਵੀ ਦਾ ਚੈਨਲ ਹੁੰਦਾ ਸੀ, ਡਰਾਮਾ ਲੱਗਾ ਹੁੰਦਾ ਸੀ, ਕਿਸੇ ਲੜਕੀ ਦਾ ਸਿਰ ਤੋਂ ਦੁਪੱਟਾ ਉਤਰਿਆ ਹੁੰਦਾ ਸੀ ਜਾਂ ਕਿਸੇ ਨਾਲ ਮਰਦ ਨਾਲ ਡਰਾਮੇ ਦੇ ਵਿੱਚ ਹੱਥ ਮਿਲਾ ਲੈਂਦੀ ਸੀ ਨਾ, ਤੇ ਉਹਦੇ ਉੱਤੇ ਏਡਾ ਸ਼ੋਰ ਪੈ ਜਾਂਦਾ ਸੀ ਪੂਰੇ ਮਾਸ਼ਰੇ 'ਚ। ਠੀਕ, ਬਿਲਕੁਲ। ਤੇ ਹੁਣ ਤਾਂ ਸਾਡੀ ਜਹਾਲਤ ਦੀ ਇੰਤਹਾ ਇਸ ਹੱਦ ਤੱਕ ਮਾਸ਼ਰੇ ਦੀ ਪਹੁੰਚਾ ਦਿੱਤੀ ਗਈ ਹੈ। ਉਹ ਬਹੁਤ ਸਾਰੇ ਪਟਵਾਰੀ ਕਹਿੰਦੇ ਨੇ ਖਾਂਦਾ ਤੇ ਲਾਂਦਾ ਵੀ ਗਿਆ, ਕਰਪਸ਼ਨ ਨੂੰ ਅਡਾਪਟ ਕਰ ਲਿਆ ਗਿਆ ਕਿ ਠੀਕ ਹੈ, ਹੋ ਸਕਦੀ ਹੈ। ਇਸ ਤਰ੍ਹਾਂ ਦੇ ਮੈਂ ਕਿਹਾ ਮਾਹੌਲ ਦੇ ਵਿੱਚ ਫਿਰ ਤੁਸੀਂ ਕੀ ਐਕਸੈਪਟ ਕਰਦੇ ਹੋ? ਤੁਹਾਨੂੰ ਕੀ, ਮਤਲਬ ਤੁਹਾਡੀ ਸੋਚ ਕੀ, ਤੁਸੀਂ ਕਹਿ ਸਕਦੇ ਹੋ ਕਿ ਵੀ ਕਿੱਦਾਂ ਦੀ ਉਮੀਦ ਰੱਖ ਸਕਦੇ ਇਸ ਮਾਸ਼ਰੇ ਚੋਂ? ਬਿਲਕੁਲ ਸਹੀ। ਸਿਰਫ ਅਫਸੋਸ ਹੀ ਕਰ ਸਕਦੇ, ਹੋਰ ਕੁਝ ਵੀ ਨਹੀਂ, ਹੋਰ ਕੁਝ ਨਹੀਂ ਕਰ ਸਕਦੇ। ਜਿੰਦੇ ਤੱਕ ਕਰਪਸ਼ਨ ਖਤਮ ਨਹੀਂ ਹੋਏਗੀ, ਉਦੋਂ ਤੱਕ ਇਹ ਮਾਮਲਾਤ ਜਿਹੜੇ ਸਾਰੇ ਸਿੱਧੇ ਨਹੀਂ ਹੋਣਗੇ, ਤੇ ਜਹਾਲਤ ਦੀ ਵੀ ਖਤਮ ਨਹੀਂ ਹੋਏਗੀ। ਉਹ ਤਾਲੀਮ ਆਣੀ ਲੋਕਾਂ ਨੂੰ। ਮੋਰਲੀ ਕਰਪਟ ਹੋ ਚੁੱਕੇ ਹੋਏ ਆ। ਹਾਂਜੀ। ਜਿਹੜੀ ਪੈਸੇ ਦੀ ਕਰਪਸ਼ਨ ਹੈ ਨਾ, ਉਹਦਾ ਤੇ ਕੋਈ ਹੱਲ ਨਿਕਲ ਆਏਗਾ ਜਦੋਂ ਤੁਹਾਡਾ ਇੱਕ ਮਾਸ਼ਰਾ ਮੋਰਲੀ ਤੌਰ ਤੇ ਕਰਪਟ ਹੋ ਚੁੱਕਿਆ ਹੋਵੇ ਨਾ, ਉਹਦਾ ਕੋਈ ਹੱਲ ਨਹੀਂ। ਅਸਲ ਮਰਨਾ ਇਸ ਚੀਜ਼ ਦਾ ਕਿ ਸਾਡਾ ਮਾਸ਼ਰਾ ਮੋਰਲੀ ਤੌਰ ਤੇ ਬਹੁਤ ਜ਼ਿਆਦਾ ਕਰਪਟ ਹੋ ਚੁੱਕਿਆ ਹੈ। ਬਿਲਕੁਲ ਸਹੀ, ਬਿਲਕੁਲ। ਤੇ ਅੱਛਾ, ਇਹਦਾ ਮਤਲਬ ਕਿ ਜਿਹੜਾ ਹੁਣ ਅਜੀਬੋ ਗਰੀਬ ਕਿਸਮ ਦੀਆਂ ਰਾਵਾਂ ਨਿਕਲ ਆਈਆਂ ਨੇ ਵੋਟ ਹਾਸਲ ਕਰਨ ਲਈ। ਜੰਨਤ ਦਾ ਲਾਲਚ ਪਿਛਲੇ ਦਿਨਾਂ 'ਚ ਮੋਟਰਸਾਈਕਲ ਦਾ ਲਾਲਚ ਤਾਂ ਸੁਣਿਆ ਹੀ ਸੀ, ਜੰਨਤ ਦਾ ਲਾਲਚ ਵੀ ਆ ਗਿਆ ਹੁਣ ਨਾ। ਤੇ ਉਹ ਜਾਹਿਲ ਕੌਮ, ਕੁਝ ਲੋਕੀ ਜਾਹਿਲ ਕੌਮ ਤੇ ਨਹੀਂ, ਸਾਰੇ ਤੇ ਨਹੀਂ ਹੈਗੇ, ਮਗਰ ਕੁਝ ਲੋਕ ਸਮਝਦੇ ਪਏ ਨੇ ਸਾਰੀ ਸੂਰਤ ਹਾਲ। ਮਗਰ ਕੁਝ ਲੋਕ ਵਿਚਾਰੇ ਨਾ ਸਮਝ ਹੈਗੇ, ਨਹੀਂ ਪਤਾ ਨਹੀਂ, ਉਹ ਸਮਝਦੇ ਸ਼ਾਇਦ ਇਹ ਜੰਨਤ ਦੇ ਹੱਕਦਾਰ ਹੋਣਗੇ, ਮਗਰ ਉਹ ਜੰਨਤ ਦਾ ਬਹਿਕਾਵਾ ਦੇ ਕੇ ਇੱਕ ਮੁਸਲਮਾਨ ਲਈ ਸਭ ਨਾਲ ਜ਼ਿਆਦਾ ਤਾਂ ਇਹੋ ਹੀ ਹੁੰਦੀ ਨਾ ਅਹਿਮੀਅਤ ਕਿ ਜੰਨਤ ਦੀ, ਤੇ ਅਸੀਂ ਵੋਟ ਕਾਸਟ ਕਰਵਾਉਣਾ ਹੈ ਤੇ ਉਹ ਸਾਨੂੰ ਤਸਕਾਰ ਦਿਓ। ਬਾਕੀ ਉਹਨਾਂ ਜਲਸੇ ਕਰਕੇ ਦੇਖੇ ਨੇ ਨੂਨ ਲੀਗ ਨੇ, ਉਹ ਜਲਸੇ ਕਿਤੇ ਹੋ ਨਹੀਂ ਰਹੇ ਮੀਆਂ ਸਾਹਿਬ ਦੇ ਤੇ ਨਾ ਮਰੀਮ ਨਵਾਜ਼ ਸਾਹਿਬਾ ਦੇ, ਹਨਾ। ਤੇ ਉਹ ਵਿਚਾਰਿਆਂ ਤੰਗ ਆ ਕੇ ਉਹਨਾਂ ਸੋਚਿਆ ਹੁਣ ਜੰਨਤ ਦੀ ਟਿਕਟਾਂ ਦੇ ਦਈਏ। ਅਸਲ ਦੇ ਵਿੱਚ ਇਸ ਟਾਈਮ ਜੋ ਪਾਕਿਸਤਾਨ ਦੀ ਸੂਰਤ ਹਾਲ ਆ, ਪਾਕਿਸਤਾਨੀ ਆਵਾਮ ਜਿਹੜੀ ਆ ਉਹ ਇਹਨਾਂ ਨੂੰ ਐਕਸੈਪਟ ਨਹੀਂ ਕਰ ਰਹੀ। ਅਸਲ ਮੇਨ ਚੀਜ਼ ਜਿਹੜੀ ਮੇਨ ਪ੍ਰੋਬਲਮ ਇਹਨਾਂ ਨੂੰ ਹੈਗੀ, ਉਹ ਸਿਰਫ ਇਹੀ ਚੀਜ਼ ਦੀ ਕਿ ਉਹ ਇਹਨਾਂ ਨੂੰ ਆਵਾਮ ਨਹੀਂ ਐਕਸੈਪਟ ਕਰ ਰਹੀ। ਅੱਛਾ। ਉਸ ਵਜ੍ਹਾ ਤੋਂ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਰੀਏ ਤੇ ਕਰੀਏ ਕੀ। ਸਹੀ। ਨਹੀਂ, ਇਹਨਾਂ ਨੇ ਬਿਰਿਆਨੀਆਂ ਪਕਾ ਕੇ ਵੇਖੀਆਂ, ਫਿਰ ਨਹੀਂ ਲੋਕੀ ਆਏ। ਫਿਰ ਉਹਦੇ ਬਾਅਦ ਹੁਣ ਤੇ ਮਾਸ਼ਾਅੱਲਾ ਇੰਜ ਉੱਥੇ ਡਿਸ਼ਾਂ ਦਾ ਇਸਤੇਮਾਲ ਹੁੰਦਾ ਕਿ ਜੈਸਾ ਕੋਈ ਸ਼ਾਦੀ ਵਿਆਹ 'ਚ। ਇਸੇ ਤਰ੍ਹਾਂ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਚਲੋ, ਗਰੀਬ ਆਵਾਮ ਜਿਹੜੀ ਇਸ ਟਾਈਮ ਬਹੁਤ ਹੀ ਜ਼ਿਆਦਾ ਹਾਲਤ ਮਾੜੀ, ਆਵਾਮ ਨੂੰ ਇਸ ਹੱਦ ਤੱਕ ਭੁੱਖਿਆ ਕਰ ਦਿੱਤਾ ਗਿਆ ਕਿ ਉਹ ਕਿਸੇ ਸੋਸ਼ਲ ਸਟਰਕਚਰ ਦੇ ਉੱਤੇ ਨੁਕਤਾਚੀਨੀ ਕਰਨ ਵਾਸਤੇ ਉੱਠ ਹੀ ਨਾ ਸਕੇ, ਉਹਨੂੰ ਆਪਣੀ ਰੋਟੀ ਦੀ ਪਈ ਰਹੇ, ਰੋਟੀ ਦੀ ਪਈ ਰਹੇ। ਬਿਲਕੁਲ ਸਹੀ, ਤੁਸੀਂ ਕਰ ਦਿੱਤਾ ਗਿਆ ਆਵਾਮ ਨੂੰ। ਬਿਲਕੁਲ ਸਹੀ ਰਾਣਾ ਸਾਹਿਬ ਤੁਸੀਂ ਫਰਮਾਇਆ। ਤੇ ਬਹੁਤ ਸ਼ੁਕਰੀਆ ਜਜ਼ਾਕਲਾ, ਤੁਸੀਂ ਟਾਈਮ ਦਿੱਤਾ ਆਪਣਾ।